ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਵਿਸ਼ਵਾਸਘਾਤ, ਲੇਖਕ ਨਾਨਕ ਸਿੰਘ। ਦੀਪਕ ਦੀ ਲਾਟ ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲਟ-ਲਟ ਬਲਦੀ ਰਹੀ ਸੀ, ਵਿਸ਼ਵਾਸਘਾਤੀ ਹਵਾ ਦਾ ਇੱਕ ਨਿੱਕਾ ਜਿਹਾ ਬੁੱਲਾ ਨਾ ਸਹਾਰ ਸਕੀ ਤੇ ਬੁੱਝ ਗਈ। ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਉਸ ਦਾ ਹਾਰਟ ਫੇਲ ਹੋ ਗਿਆ। ਇੱਕ ਗੁੰਮਨਾਮ ਜਿਹੇ ਪਿੰਡ ਵਿੱਚ ਰਹਿੰਦੇ ਦੀਪਕ ਨੂੰ ਉਸ ਦੀ ਸ਼ਾਇਰੀ ਨੇ ਦੂਰ ਦਰਾਡੇ ਤੱਕ ਮਸ਼ਹੂਰ ਕਰ ਦਿੱਤਾ ਸੀ, ਪਰ ਆਪਣੇ ਪਿੰਡ ਵਿੱਚ ਉਸ ਦੀ ਕੋਈ ਕੀਮਤ ਨਹੀਂ ਸੀ। ਆਲੇ ਦੁਆਲੇ ਜਗਮਗਾਉਣ ਵਾਲਾ ਦੀਵਾ ਆਪਣੇ ਨਿੱਜੀ ਥਾਂ ਨੂੰ ਹਨੇਰਾ ਰੱਖਦਾ ਹੈ। ਕੁਦਰਤ ਦਾ ਸ਼ਾਇਦ ਇਹੋ ਅਸੂਲ ਹੈ। ਦੀਪਕ ਦਾ ਉਪਨਾਮ ਉਸ ਦੇ ਜੀਵਨ ਦੇ ਬਿਲਕੁਲ ਅਨੁਕੂਲ ਸੀ। ਦੀਪਕ ਆਪ ਹਰ ਵੇਲੇ ਸੜਦਾ ਰਹਿੰਦਾ। ਉਸ ਦੇ ਸਥੂਲ ਸਰੀਰ ਵਿੱਚ ਕੁਝ ਵੀ ਸੁਹਾਪਣ ਨਹੀਂ ਹੁੰਦਾ। ਮੈਲਾ, ਥਿੰਦਾ, ਚਿਪਚਿਪਾ ਜਿਹਾ, ਕਾਲੇ ਤੇ ਬਦਸੂਰਤ ਮੂੰਹ ਵਾਲਾ ਦੀਵਾ, ਪਰ ਉਸ ਦੀ ਰੂਹ ਯਾਨੀ ਲਾਟ ਵਿੱਚ ਸੁੰਦਰਤਾ ਦੇ ਕਈ ਖਜ਼ਾਨੇ ਲੁਕੇ ਰਹਿੰਦੇ ਹਨ। ਸ਼ਾਇਦ ਇਸੇ ਕਰਕੇ ਭੰਬਟਾਂ ਦੀਆਂ ਵਹੀਰਾਂ ਉਸ ਉੱਤੇ ਆਪਣਾ ਜੀਵਨ ਬਲੀਦਾਨ ਕਰ ਦਿੰਦੀਆਂ ਹਨ। ਬਾਹਰਲੇ ਲੋਕੀ ਦੀਪਕ ਨੂੰ ਉਸ ਦੀ ਕਵਿਤਾ ਵਿੱਚੋਂ ਦੇਖਦੇ ਸਨ, ਪਰ ਪਿੰਡ ਦੇ ਲੋਕੀ ਉਸ ਦੇ ਸਰੀਰ ਵਿੱਚੋਂ ਉਸ ਦੀ ਪੁਰਸੋਜ ਅਤੇ ਦਿਲ ਵਿਨਵੀਂ ਕਵਿਤਾ ਨੂੰ ਪੜ੍ਹ ਕੇ ਲੋਕੀ ਵਜਦ ਵਿੱਚ ਆ ਕੇ ਝੂਮਣ ਲੱਗ ਪੈਂਦੇ ਸਨ। ਉਸ ਦੀ ਕੋਈ ਸਤਰ ਐਸੀ ਨਹੀਂ ਸੀ ਹੁੰਦੀ ਜਿਹੜੀ ਅੱਖਾਂ ਵਿੱਚ ਹੰਝੂ ਤੇ ਗਲੇ ਵਿੱਚ ਗੱਚ ਨਾ ਲਿਆਵੇ। ਲੋਕੀ ਰਸਕ ਕਰਦੇ ਸਨ, ਖਬਰੇ ਦੀਪਕ ਕਿੱਡਾ ਖੁਸ਼ਨਸੀਬ ਹੋਵੇਗਾ। ਪਰ ਕੀ ਉਹ ਸੱਚਮੁੱਚ ਖੁਸ਼ਨਸੀਬ ਸੀ? ਆਪਣੇ ਅੰਦਰਲੇ ਦੀ ਅੱਗ ਨਾਲ ਉਹ ਹਰ ਵੇਲੇ ਸੜਨ ਵਾਲੀ ਚੀਜ਼ ਕਦੇ ਖੁਸ਼ਨਸੀਬ ਹੋ ਸਕਦੀ ਹੈ? ਉਹ ਇੱਕ ਬਦਨਸੀਬ ਸੀ, ਇੱਕ ਨਾਮੁਰਾਦ ਤੇ ਮਾਯੂਸ ਜਿਹੀ ਜ਼ਿੰਦੜੀ। ਦੀਪਕ ਦਾ ਰੰਗ ਰੂਪ ਤੇ ਉਸ ਦੀ ਸਰੀਰਕ ਬਣਤਰ ਐਸੀ ਕਿ ਜਿਹੜੀ ਕਿਸੇ ਵੀ ਅੱਖ ਨੂੰ ਆਪਣੇ ਵੱਲ ਨਹੀਂ ਸੀ ਖਿੱਚ ਸਕਦੀ। ਕੀ ਘਰ ਤੇ ਕੀ ਪਿੰਡ ਦੇ ਲੋਕੀ, ਸਭ ਲਈ ਦੀਪਕ ਇੱਕ ਅਣਭਾਉਂਦੀ ਚੀਜ਼ ਸੀ। ਗਲੀ ਵਿੱਚੋਂ ਲੰਘਦੀਆਂ ਮੁਟਿਆਰਾਂ ਕਈ ਵਾਰੀ ਉਸ ਨੂੰ ਵੇਖ ਕੇ ਮੂੰਹ ਫੇਰ ਲੈਂਦੀਆਂ ਸਨ। ਬੱਤੀ ਮੁੱਕਣ ਤੋਂ ਪਹਿਲਾਂ ਹੀ ਦੀਪਕ ਦੀ ਆਤਮਾ ਬੁੱਝ ਜਾਂਦੀ ਜੇ ਉਸ ਕੋਲ ਦੋ ਚੀਜ਼ਾਂ ਨਾ ਹੁੰਦੀਆਂ, ਇੱਕ ਸ਼ਾਇਰੀ ਦੀ ਦੌਲਤ ਤੇ ਦੂਜਾ ਉਸ ਦਾ ਦੋਸਤ ਮਹਿੰਦਰ। ਕਵਿਤਾ ਉਸ ਦੀ ਪ੍ਰੇਮਿਕਾ ਸੀ, ਜਿਸ ਨਾਲ ਉਹ ਹੱਸਦਾ, ਖੇਡਦਾ, ਰੁੱਸਦਾ ਤੇ ਕਦੇ-ਕਦੇ ਉਸ ਦੀਆਂ ਨਾਜ਼ ਬਰਦਾਰੀਆਂ ਵੀ ਕਰਦਾ ਸੀ। ਉਹ ਜਦ ਕਵਿਤਾ ਲਿਖਣ ਬੈਠਦਾ ਤਾਂ ਆਪਣੇ ਆਪ ਨੂੰ ਇੱਕ ਸਰੂਰ ਜਿਹੇ ਦੀ ਹਾਲਤ ਵਿੱਚ ਅਨੁਭਵ ਕਰਦਾ ਸੀ। ਤੇ ਇਹੋ ਹੁੰਦੀਆਂ ਸਨ ਉਸ ਦੇ ਸੁੰਨਸਾਨ ਜੀਵਨ ਦੀਆਂ ਸੁਨਹਿਰੀ ਘੜੀਆਂ। ਜਾਂ ਫਿਰ ਮਹਿੰਦਰ ਦੀ ਸੰਗਤ ਵਿੱਚੋਂ ਉਸ ਨੂੰ ਕੁਝ ਧਰਵਾਸ ਮਿਲਦਾ ਸੀ। ਫਿਰ ਵੀ ਕਦੇ-ਕਦੇ ਦੀਪਕ ਉਦਾਸ ਹੋ ਜਾਂਦਾ ਸੀ। ਇਹ ਉਦਾਸੀ ਦਿਨਾਂ ਤੇ ਹਫ਼ਤਿਆਂ ਬੱਧੀ ਉਸ ਉੱਤੇ ਛਾਈ ਰਹਿੰਦੀ ਸੀ। ਉਸ ਦਾ ਦੋਸਤ ਮਹਿੰਦਰ ਇੱਕ ਅਮੀਰ ਘਰਾਣੇ ਦਾ ਗੱਭਰੂ ਸੀ, ਰਿਸ਼ਟ-ਪੁਸ਼ਟ, ਸੋਹਣਾ ਸੁਨੱਖਾ ਤੇ ਹਸਮੁਖ। ਉਸ ਦੀ ਮਿੱਠੀ ਮੁਸਕਰਾਹਟ ਕਈਆਂ ਅਲੜ ਦਿਲਾਂ ਲਈ ਕਦੇ-ਕਦੇ ਜਾਲ ਦਾ ਕੰਮ ਕਰ ਜਾਂਦੀ ਸੀ। ਉਹ ਲਾਹੌਰ ਦੇ FC ਕਾਲਜ ਵਿੱਚ ਪੜ੍ਹਦਾ ਸੀ ਤੇ ਅੱਜ-ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਆਪਣੇ ਪਿੰਡ ਰਹਿ ਕੇ ਬਿਤਾ ਰਿਹਾ ਸੀ। ਮਹਿੰਦਰ ਦੀ ਆਤਮਾ ਜਿਵੇਂ ਦੀਪਕ ਵਿੱਚ ਅਭੇਦ ਹੋ ਚੁੱਕੀ ਸੀ। ਅਮੀਰ ਹੁੰਦਾ ਹੋਇਆ ਵੀ ਉਹ ਗਰੀਬ ਦੀਪਕ ਲਈ ਜਾਨ ਦਿੰਦਾ ਸੀ। ਕਦੇ-ਕਦੇ ਉਹ ਦੀਪਕ ਨੂੰ ਬਹੁਤ ਉਦਾਸ ਵੇਖਦਾ ਤਾਂ ਕਹਿੰਦਾ, ਕਾਸ਼ ਦੀਪਕ, ਕਦੇ ਤੂੰ ਆਪਣੀ ਤਾਕਤ ਦਾ ਅੰਦਾਜ਼ਾ ਲਾ ਸਕਦੇ ਹੋ। ਤੂੰ ਨਹੀਂ ਜਾਣਦਾ ਕਿ ਦੁਨੀਆ ਲਈ ਤੂੰ ਕਿੱਡੀ ਕੀਮਤੀ ਚੀਜ਼ ਹੈ, ਪਰ ਫਿਰ ਵੀ ਤੂੰ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ। ਮਹਿੰਦਰ ਦੇ ਇਹ ਦਰਦ ਤੇ ਪਿਆਰ ਭਰੇ ਵਾਕ ਦੀਪਕ ਦੀ ਡਾਵਾਂ-ਡੋਲ ਆਤਮਾ ਨੂੰ ਨਿੱਘ ਜ਼ਰੂਰ ਦਿੰਦੇ, ਪਰ ਉਸ ਤਰ੍ਹਾਂ ਦਾ ਜਿਵੇਂ ਪਿਆਸੇ ਆਦਮੀ ਨੂੰ ਸੁਪਨੇ ਵਿੱਚ ਮਿਲਿਆ ਹੋਇਆ ਪਾਣੀ। ਕਈ ਵਾਰ ਦੀਪਕ ਆਪਣੇ ਆਪ ਪਾਸੋਂ ਆਪਣੀ ਉਦਾਸੀ ਦਾ ਕਾਰਨ ਪੁੱਛਦਾ, ਪਰ ਕਦੇ ਵੀ ਉਸ ਨੂੰ ਸਮਝ ਨਾ ਆ ਸਕੀ ਕਿ ਕਿਹੜੀ ਚੀਜ਼ ਦੀ ਘਾਟ ਉਸ ਨੂੰ ਹਰ ਵੇਲੇ ਨਿੰਮੋ ਝੂਣਾ ਬਣਾਈ ਰੱਖਦੀ ਹੈ। ਕਦੇ-ਕਦੇ ਜਦ ਵਿਹੜੇ ਵਿੱਚ ਲੱਗੇ ਹੋਏ ਅੰਬ ਦੇ ਦਰਖਤ ਤੋਂ ਉਸ ਨੂੰ ਕੋਇਲ ਦੀ ਕੂ-ਕੂ ਸੁਣਾਈ ਦਿੰਦੀ ਤਾਂ ਉਸ ਦੇ ਦਿਲ ਸਾਗਰ ਵਿੱਚ ਜਵਾਰ ਭਾਟਾ ਜਿਹਾ ਆ ਜਾਂਦਾ। ਚੰਨ ਦੀ ਚਾਨਣੀ, ਬੱਦਲਾਂ ਦੀ ਘਨਘੋਰ, ਫੁੱਲਾਂ ਦੀ ਖੁਸ਼ਬੂ ਤੇ ਪ੍ਰਭਾਤ ਪੰਛੀਆਂ ਦੇ ਮਧੁਰ ਗੀਤ, ਇਹ ਚੀਜ਼ਾਂ ਬਾਜੇ ਵੇਲੇ ਉਸ ਨੂੰ ਪਾਗਲ ਨਹੀਂ ਤਾਂ ਅੱਧ ਪਾਗਲ ਜ਼ਰੂਰ ਬਣਾ ਦਿੰਦੀਆਂ ਸਨ। ਉਸ ਦੇ ਸਖਣੇ ਤੇ ਬੇਸਾਤ ਹਿਰਦੇ ਅੰਦਰ ਜਿਵੇਂ ਇੱਕ ਖਲਾ ਜਿਹਾ ਪੈਦਾ ਹੋ ਜਾਂਦਾ ਤੇ ਉਹ ਬਰਾਬਰ ਸੋਚਦਾ, ਇਹ ਕੀ ਹੈ, ਕਿਉਂ ਹੈ। ਦੀਪਕ ਆਪਣੀ ਹਰ ਇੱਕ ਕਵਿਤਾ ਪਹਿਲਾਂ ਮਹਿੰਦਰ ਨੂੰ ਸੁਣਾ ਕੇ ਫਿਰ ਕਿਸੇ ਰਸਾਲੇ ਨੂੰ ਭੇਜਿਆ ਕਰਦਾ ਸੀ। ਇੱਕ ਦਿਨ ਉਸ ਨੇ ਕਵਿਤਾ ਲਿਖੀ ਜਿਸ ਦਾ ਸਿਰਲੇਖ ਸੀ ਮੇਰੀ ਆਤਮਾ। ਉਸ ਨੇ ਸਦਾ ਵਾਂਗ ਇਹ ਮਹਿੰਦਰ ਨੂੰ ਸੁਣਾਉਣੀ ਸ਼ੁਰੂ ਕੀਤੀ। ਕਵਿਤਾ ਦਾ ਭਾਵ ਇਹ ਸੀ, ਉਹ ਮੇਰੀ ਨਿਰਾਸ਼ ਤੇ ਇਕੱਲੀ ਆਤਮਾ, ਤੂੰ ਕੀ ਚਾਹੁੰਦੀ ਹੈ? ਅਮੀਰੀ ਤੇ ਐਸ਼, ਪਰ ਕੀ ਤੂੰ ਨਹੀਂ ਜਾਣਦੀ ਕਿ ਇਸ ਦੇ ਚਫੇਰੇ ਖੁਦਗਰਜੀ ਦੀ ਗੰਦਗੀ ਤੇ ਹੰਕਾਰ ਦੀ ਸੜਿਆਂਦ ਭਰਿਆ ਡੂੰਘਾ ਦਲਦਲ ਹੈ? ਤਾਂ ਫਿਰ ਹੋਰ ਕੀ ਮੰਗਦੀ ਹੈ? ਇੱਜ਼ਤ? ਪਰ ਇਸ ਦੇ ਮਗਰ ਈਰਖਾ ਦੇ ਕੁੱਤੇ ਦੰਦੀਆਂ ਚਿੜਾਈ ਫਿਰ ਰਹੇ ਹਨ। ਹੋਰ ਕੀ? ਹੁਸਨ? ਆ ਮੇਰੀ ਭੋਲੀ ਆਤਮਾ,
ਇਸ ਦੀਆਂ ਚਮਕੀਲੀਆਂ ਕੰਨੀਆਂ ਉੱਤੇ ਵਿਸ਼ਵਾਸਘਾਤ ਦਾ ਰੰਗ ਹੈ ਜਿਹੜਾ ਬਹੁਤਾ ਚਿਰ ਨਹੀਂ ਹੰਡਦਾ। ਕੀ ਇਹ ਪਿਆਰ ਛਲਕਦਾ ਹਿਰਦਾ? ਕਿਸੇ ਸੁੰਦਰੀ ਦੇ ਵੀਣਾ ਕੰਠ ਵਿੱਚੋਂ ਨਿਕਲੀ ਹੋਈ ਪ੍ਰਸ਼ੰਸਾ? ਮੇਰੀ ਬਦਨਸੀਬ ਆਤਮਾ, ਬੰਦ ਕਰ ਇਸ ਬੇਸੁਰੇ ਰਾਗ ਨੂੰ। ਆਪਣੇ ਆਪ ਦਾ ਤੇ ਆਪਣੀ ਇਸ ਬੇਹੁਦਾ ਮੰਗ ਦਾ ਟਾਕਰਾ ਕਰ। ਤੂੰ ਸੋਚ, ਤੂੰ ਕੀ ਮੰਗ ਰਹੀ ਹੈ? ਇਹ ਸਭ ਕੁਝ ਤੇਰੇ ਲਈ ਨਹੀਂ ਬਣਿਆ। ਤੇਰੀ ਦੁਨੀਆ ਹੈ ਉਸ ਦੁਨੀਆ ਤੋਂ ਬਹੁਤ ਦੂਰ, ਇਕੱਲੀ ਤੇ ਸੁੰਨਸਾਨ ਦੁਨੀਆ, ਤੇ ਬੇਸਾਥ ਤੇ ਨਿਰਾਸ਼ ਦੁਨੀਆ। ਮਹਿੰਦਰ ਨੇ ਇਹ ਕਵਿਤਾ ਸੁਣੀ ਤੇ ਸੁਣ ਕੇ ਤੜਪ ਉੱਠਿਆ। ਪਰ ਅੱਗ ਵਾਂਗ ਅੱਜ ਉਸ ਦੇ ਮੂੰਹੋਂ ਸ਼ਲਾਘਾ ਭਰੇ ਵਾਕਾਂ ਦੇ ਥਾਂ ਸਿਰਫ ਇਹ ਸ਼ਬਦ ਨਿਕਲੇ, ਦੀਪਕ, ਕਾਸ਼ ਮੈਂ ਲੜਕੀ ਹੁੰਦਾ। ਤੇ ਇਸ ਤੋਂ ਬਾਅਦ ਇਹ ਕਵਿਤਾ ਜੀਵਨ ਰਸਾਲੇ ਨੂੰ ਭੇਜ ਦਿੱਤੀ ਗਈ। ਅੱਜ ਕਈਆਂ ਦਿਨਾਂ ਤੋਂ ਦੀਪਕ ਦੇ ਹਿਰਦੇ ਉੱਤੇ ਫਿਰ ਉਹੀ ਉਦਾਸੀ ਦੇ ਬੱਦਲ ਛਾਏ ਹੋਏ ਸਨ। ਉਹ ਪੁਰਾਣੀ ਤੇ ਅਸਾਧ ਬਿਮਾਰੀ ਮਹਿੰਦਰ ਦੀ ਕੋਈ ਕੋਸ਼ਿਸ਼ ਕਾਰਗਰ ਨਾ ਹੋ ਸਕੀ। ਇਸ ਵੇਲੇ ਉਹ ਮਹਿੰਦਰ ਦੇ ਘਰ ਉਸ ਦੇ ਸਜੇ ਹੋਏ ਕਮਰੇ ਵਿੱਚ ਬੈਠਾ ਸੀ। ਮਹਿੰਦਰ ਆਪਣੇ ਮਾਪਿਆਂ ਤੋਂ ਡਰਦਾ ਮਾਰਿਆ ਦੀਪਕ ਨੂੰ ਘੱਟ ਵੱਧ ਹੀ ਆਪਣੇ ਘਰ ਬੁਲਾਉਂਦਾ ਸੀ। ਸ਼ਾਇਦ ਉਸ ਦੇ ਮਾਪਿਆਂ ਨੂੰ ਇੱਕ ਅਮੀਰ ਤੇ ਗਰੀਬ ਅਥਵਾ ਸੋਹਣੇ ਤੇ ਕਸੋਹਣੇ ਦਾ ਸਾਥ ਪਸੰਦ ਨਹੀਂ ਸੀ। ਪਰ ਅੱਜ ਕਿਉਂਕਿ ਦੀਪਕ ਦੀ ਤਬੀਅਤ ਵਧੇਰੇ ਖਰਾਬ ਸੀ, ਉਹ ਉਸ ਦਾ ਦਿਲ ਠੀਕ ਕਰਨ ਲਈ ਆਪਣੇ ਘਰ ਲੈ ਆਇਆ। ਇਸ ਵੇਲੇ ਬਾਹਰੋਂ ਡਾਕੀਏ ਨੇ ਦੀਪਕ ਦਾ ਨਾਂ ਲੈ ਕੇ ਇੱਕ ਲਿਫਾਫਾ ਅੰਦਰ ਸੁੱਟਿਆ। ਕਿਸੇ ਸਮਾਲੋਚਕ ਵੱਲੋਂ ਪ੍ਰਸ਼ੰਸਾ ਜਾਂ ਕਿਸੇ ਐਡੀਟਰ ਵੱਲੋਂ ਕਵਿਤਾ ਦੀ ਮੰਗ ਹੋਵੇਗੀ, ਇਹ ਖਿਆਲ ਕਰਕੇ ਦੀਪਕ ਨੇ ਲਿਫਾਫਾ ਖੋਲ੍ਹਿਆ। ਪਰ ਅੰਦਰੋਂ ਜੋ ਕੁਝ ਨਿਕਲਿਆ, ਇਸ ਨੂੰ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਚਿੱਠੀ ਦੀ ਇੱਕ ਤਹਿ ਵਿੱਚ 100 ਰੁਪਏ ਦਾ ਇੱਕ ਨੋਟ ਤੇ ਕਿਸੇ ਮੁਟਿਆਰ ਦੀ ਇੱਕ ਫੋਟੋ। ਮਹਿੰਦਰ ਇਸ ਵੇਲੇ ਕਮਰੇ ਵਿੱਚ ਨਹੀਂ ਸੀ। ਦੀਪਕ ਨੇ ਧੜਕਦੇ ਦਿਲ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਕੀ ਲਿਖਿਆ ਸੀ ਕਿ ਮੇਰੇ ਦੀਪਕ ਜੀ, ਕੀ ਖਿਮਾ ਨਹੀਂ ਕਰੋਗੇ ਜੇ ਇੱਕ ਅਣਜਾਣ ਕੁੜੀ ਤੁਹਾਡੇ ਨਾਂ ਨਾਲ ਮੇਰੇ ਵਿਸ਼ਲੇਸ਼ਣ ਲਾ ਰਹੀ ਹੈ? ਕੀ ਇੱਕ ਜਗਿਆਸੂ ਦਾ ਹੱਕ ਨਹੀਂ ਕਿ ਉਹ ਆਪਣੇ ਗੁਰਦੇਵ ਨੂੰ ਮੇਰਾ ਕਹਿ ਕੇ ਸੰਬੋਧਨ ਕਰੇ? ਮੈਂ ਬਹੁਤ ਚਿਰ ਤੋਂ ਤੁਹਾਨੂੰ ਗੁਰੂ ਭਾਵਨਾ ਨਾਲ ਵੇਖਦੀ ਸਾਂ। ਤੁਹਾਡੀ ਹਰ ਇੱਕ ਕਵਿਤਾ ਮੇਰੇ ਦਿਲ ਦੀ ਕਿਤਾਬ 'ਤੇ ਲਿਖੀ ਪਈ ਹੈ। ਤੁਹਾਡੀਆਂ ਰਚਨਾਵਾਂ ਨੇ ਮੇਰੇ ਜੀਵਨ ਨੂੰ ਪਲਟ ਦਿੱਤਾ ਹੈ। ਮੈਂ ਇੱਕ ਅਮੀਰ ਘਰਾਣੇ ਦੀ ਜੰਪਲ ਹਾਂ, ਪਰ ਤੁਹਾਡੀਆਂ ਕਵਿਤਾਵਾਂ ਨੇ ਮੈਨੂੰ ਅਮੀਰੀ ਤੋਂ ਘ੍ਰਿਣਤ ਕਰ ਦਿੱਤਾ ਹੈ। ਇੱਕ ਗਰੀਬ ਕਵੀ ਦੀ ਅਮੀਰ ਆਤਮਾ ਨੇ ਮੇਰੇ ਅੰਦਰ ਇਨਕਲਾਬ ਲੈ ਆਂਦਾ ਹੈ। ਮੈਂ ਹਮੇਸ਼ਾ ਆਪਣੇ ਉਸ ਬਾਦਸ਼ਾਹ ਦਿਲ ਵਾਲੇ ਕਵੀ ਦੀ ਆਤਮਾ ਵਿੱਚ ਝਾਤੀਆਂ ਪਾ ਵੇਖਦੀ ਰਹੀ ਹਾਂ, ਪਰ ਤੁਹਾਡੀ ਰਿਸਾਲਾ ਜੀਵਨ ਵਿੱਚ ਛਪੀ ਹੋਈ ਐਤਕਾਂ ਦੀ ਕਵਿਤਾ ਜੋ ਮੇਰੀ ਆਤਮਾ, ਉਸ ਨੇ ਤਾਂ ਮੇਰੀ ਆਤਮਾ ਨੂੰ ਝੰਜੋੜ ਹੀ ਸੁੱਟਿਆ ਹੈ। ਮੈਂ ਸਮਝ ਰਹੀ ਹਾਂ ਕਿ ਤੁਹਾਡੀ ਆਤਮਾ ਕੀ ਮੰਗਦੀ ਹੈ, ਤਾਂ ਸ਼ਾਇਦ ਮੇਰੀ ਆਤਮਾ ਦੀ ਮੰਗ ਵੀ ਉਸ ਨਾਲ ਇਕਸੁਰ ਹੋ ਕੇ ਉਹ ਕੁਝ ਮੰਗ ਰਹੀ ਹੈ। ਇੱਕ ਉੱਚ ਆਤਮਾ ਕਵੀ ਦਾ ਪਵਿੱਤਰ ਪ੍ਰੇਮ। ਉਹ ਮੇਰੇ ਕਵੀ, ਕੀ ਤੂੰ ਸੱਚਮੁੱਚ ਉਹ ਕੁਝ ਹੈ ਜੋ ਤੈਨੂੰ ਮੇਰੀ ਆਤਮਾ ਵਿੱਚ ਦੱਸਿਆ ਹੈ? ਕੀ ਤੇਰੀ ਆਤਮਾ ਸੱਚਮੁੱਚ ਉਹ ਚੀਜ਼ ਤੇਰੇ ਚਰਨਾਂ ਵਿੱਚ ਭੇਟ ਕਰਨ ਲਈ ਕਿਸੇ ਜਗਿਆਸੂ ਨੇ ਚਿਰਾਂ ਤੋਂ ਸਾਂਭ ਕੇ ਰੱਖੀ ਹੋਈ ਹੈ? ਤਾਂ ਲੈ ਮੇਰੇ ਗੁਰੂਦੇਵ, ਇਸ ਨੂੰ ਪ੍ਰਵਾਨ ਕਰ। ਸ਼ਾਇਦ ਮੈਂ ਸੁੰਦਰੀਆਂ ਵਿੱਚੋਂ ਨਾ ਹੋਵਾਂ, ਸ਼ਾਇਦ ਮੇਰੀ ਆਵਾਜ਼ ਵੀਣਾ ਵਰਗੀ ਨਾ ਹੋਵੇ, ਪਰ ਪਿਆਰ ਛਲਕਦਾ ਹਿਰਦਾ ਇਹ ਮੇਰੇ ਕੋਲ ਹੈ ਤੇ ਅੱਜ ਇਸ ਨੂੰ ਆਪਣੇ ਗੁਰੂਦੇਵ ਦੀ ਭੇਟਾ ਕਰਦੀ ਹਾਂ। ਜੇ ਕਬੂਲਿਆ ਜਾ ਸਕੇ, ਕੀ ਮੇਰੀ ਦਰਸ਼ਨ ਸਿੱਖ ਨੂੰ ਪੂਰੀਆਂ ਕਰਨ ਲਈ ਮੈਨੂੰ ਡਲਹੌਜੀ ਪਹਾੜ ਤੇ, ਜਿੱਥੇ ਮੈਂ ਆਪਣੀ ਮਾਤਾ ਜੀ ਨਾਲ ਜਾ ਰਹੀ ਹਾਂ, ਆ ਕੇ ਮਿਲ ਸਕੋਗੇ? ਦਿਲ ਕਹਿੰਦਾ ਹੈ ਕਿ ਤੁਹਾਡਾ ਮਨ ਏਡਾ ਕਠੋਰ ਨਹੀਂ ਹੋਵੇਗਾ ਕਿ ਤੁਸੀਂ ਮੇਰੀ ਮਿਲਣ ਪ੍ਰਾਰਥਨਾ ਨੂੰ ਠੁਕਰਾ ਦਿਓਗੇ। ਚਿੱਠੀ ਪੜ੍ਹਦਿਆਂ ਦੀਪਕ ਨੂੰ ਪਤਾ ਨਾ ਲੱਗਾ ਕਿ ਕਿਹੜੇ ਵੇਲੇ ਦਾ ਮਹਿੰਦਰ ਕਮਰੇ ਵਿੱਚ ਆ ਕੇ ਉਸ ਦੇ ਪਿੱਛੇ ਖੜਾ ਸੀ, ਜਿਸ ਦੀਆਂ ਅੱਖਾਂ ਬਰਾਬਰ ਉਸ ਫੋਟੋ ਉੱਤੇ ਗੱਡੀਆਂ ਹੋਈਆਂ ਸਨ। 20-22 ਵਰ੍ਹਿਆਂ ਦੀ ਪਤਲੀ ਤੇ ਸਨਿਮਰ ਜਹੀ ਹੁਸੀਨਾ ਅੱਖਾਂ ਥਾਣੀ ਮਹਿੰਦਰ ਦੇ ਦਿਲ ਵਿੱਚ ਉਤਰਦੀ ਜਾ ਰਹੀ ਸੀ। ਚਿੱਠੀ ਖਤਮ ਕਰਨ ਤੋਂ ਬਾਅਦ ਦੀਪਕ ਦੀਆਂ ਅੱਖਾਂ ਤੇ ਚਿਹਰੇ ਉੱਤੇ ਇੱਕ ਅਦੁੱਤੀ ਖੇੜਾ ਸੀ। ਉਸ ਨੂੰ ਆਪਣਾ ਸਿਰ ਘੁੰਮਦਾ ਮਾਲੂਮ ਹੁੰਦਾ ਸੀ। ਮਹਿੰਦਰ ਨੇ ਪਿੱਛੇ ਖਲੋਤਿਆਂ ਚਿੱਠੀ ਪੜ੍ਹ ਲਈ ਸੀ। ਉਹ ਦੀਪਕ ਦਾ ਮੋਢਾ ਟੁੰਬ ਕੇ ਬੋਲਿਆ, ਕਿਉਂ ਮਿਸਟਰ, ਮੈਂ ਨਹੀਂ ਸਾਂ ਕਹਿੰਦਾ ਕਿ ਤੇਰੀ ਕਿਸਮਤ ਦਾ ਸਿਤਾਰਾ ਚਮਕਣ ਵਾਲਾ ਏ। ਵੇਖ ਤੇ ਸਹੀ, ਜਿਵੇਂ ਕੋਈ ਪਰੀ ਕੋਹ ਕਾਫ ਤੋਂ ਉਤਰੀ ਹੋਈ ਹੈ। ਮਹਿੰਦਰ ਦੀਆਂ ਅੱਖਾਂ ਬਰਾਬਰ ਫੋਟੋ 'ਤੇ ਗੱਡੀਆਂ ਹੋਈਆਂ ਸਨ। ਆਪਣੇ ਅੰਦਰਲੇ ਦੀ ਬੇਆਰਾਮੀ ਨੂੰ ਦਬਾਉਂਦਾ ਹੋਇਆ ਮਹਿੰਦਰ ਬੋਲਿਆ, ਚਲੋ, ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਗੰਗਾ ਦਾ ਇਸ਼ਨਾਨ। ਕਦੋਂ ਚੱਲਣਾ ਈ? ਸ਼ਾਇਦ ਮੇਰੀ ਵੀ ਸਲਾਹ ਬਣ ਜਾਵੇ। ਛੁੱਟੀਆਂ ਵੀ ਅਜੇ 1.5 ਮਹੀਨਾ ਬਾਕੀ ਨੇ। ਬਾਪੂ ਹੋਰਾਂ ਦੀ ਬਿਮਾਰੀ ਕਰਕੇ ਨਹੀਂ ਸੀ ਜਾ ਸਕਿਆ, ਪਰ ਜੇ ਤੇਰੀ ਸਲਾਹ ਚੱਲਣ ਦੀ ਹੋਵੇ ਤੇ ਉਹ ਗੱਲ ਕਰਦਾ ਕਰਦਾ ਰੁਕ ਗਿਆ। ਦੀਪਕ ਦਾ ਚਿਹਰਾ ਉਤਰਦਾ ਜਾ ਰਿਹਾ ਸੀ। ਕੇਵਲ ਇੱਕੋ ਵਾਰੀ ਕਿਸੇ ਸਫਲਤਾ ਦੀ ਝਲਕ ਉਸ ਤੇ ਝਟਪਟ ਅਲੋਪ ਹੋ ਚੁੱਕੀ ਸੀ। ਹੇ, ਇਹ ਕੀ ਹੋ ਗਿਆ ਈ? ਮਹਿੰਦਰ ਨੇ ਸਹਿਮਤੀ ਜਹੀ ਆਵਾਜ਼ ਵਿੱਚ ਪੁੱਛਿਆ।
ਕੁਝ ਨਹੀਂ, ਦੀਪਕ ਨੇ ਆਪਣੇ ਆਪ ਨੂੰ ਠੀਕ ਕਰਕੇ ਹਾਂ ਹਾਂ ਜ਼ਰੂਰ ਚੱਲਾਂਗੇ, ਹੋ ਸਕੇ ਤਾਂ ਪਰਸੋਂ ਹੀ। ਪਰ ਤੂੰ ਖੁਸ਼ ਨਹੀਂ ਜਾਪਦਾ ਦੀਪਕ, ਉਸਨੇ ਪੁੱਛਿਆ ਤੇ ਨਜ਼ਰ ਉਸ ਦੀ ਬਰਾਬਰ ਫੋਟੋ ਉੱਤੇ ਸੀ। ਨਹੀਂ, ਮੈਂ ਬਿਲਕੁਲ ਠੀਕ ਹਾਂ, ਦੀਪਕ ਨੇ ਉਸ ਨੂੰ ਟਾਲ ਦਿੱਤਾ ਤੇ ਇਸੇ ਘੜੀ ਤੋਂ ਪਹਾੜ ਜਾਣ ਦੀ ਤਿਆਰੀ ਹੋਣ ਲੱਗੀ। ਦੂਜੇ ਦਿਨ ਦੋਹਾਂ ਦੇ ਡਲਹੌਜੀ ਜਾਣ ਦਾ ਪ੍ਰੋਗਰਾਮ ਪੱਕਾ ਹੋ ਗਿਆ। ਰਾਤ ਨੂੰ ਜਦ ਮਹਿੰਦਰ ਦੀਪਕ ਪਾਸ ਆਇਆ ਤਾਂ ਉਸਨੇ ਵੇਖਿਆ ਦੀਪਕ ਆਪਣੇ ਬੰਨੇ ਹੋਏ ਸਮਾਨ ਨੂੰ ਮੁੜ ਖੋਲ ਰਿਹਾ ਸੀ। ਹੈਂ, ਇਹ ਕੀ? ਮਹਿੰਦਰ ਨੇ ਹੈਰਾਨੀ ਨਾਲ ਪੁੱਛਿਆ। ਕੁਝ ਨਹੀਂ ਕਹਿ ਕੇ ਦੀਪਕ ਚੁੱਪ ਹੋ ਗਿਆ ਤੇ ਫਿਰ ਬੋਲਿਆ, ਮਹਿੰਦਰ ਇੱਕ ਗੱਲ ਮੰਨੇਗਾ? ਦੱਸ, ਇਕਰਾਰ ਕਰ, ਅੱਗੇ ਕਦੇ ਇਨਕਾਰ ਕੀਤਾ ਹੈ? ਮਹਿੰਦਰ, ਤੈਨੂੰ ਇਕੱਲਿਆਂ ਹੀ ਡਲਹੌਜੀ ਜਾਣਾ ਪਵੇਗਾ, ਮੈਂ ਸ਼ਾਇਦ ਨਾ ਜਾ ਸਕਾਂ। ਤੂੰ ਸ਼ਾਇਦ ਨਾ ਜਾ ਸਕੇ? ਮਹਿੰਦਰ ਨੇ ਉਸ ਦੇ ਉਤਰੇ ਹੋਏ ਚਿਹਰੇ ਵੱਲ ਤੱਕ ਕੇ ਹੈਰਾਨੀ ਨਾਲ ਪੁੱਛਿਆ ਵੀ ਇਸ ਦਾ ਕੀ ਮਤਲਬ? ਮੈਂ ਰੂਪ ਕੁਮਾਰੀ ਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ। ਉਹ ਕਿਉਂ? ਉਸ ਨੂੰ ਮੈਂ ਮਾਯੂਸ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਕਰਨ ਨਾਲ ਉਸ ਦੀ ਤਸੱਵਰ ਦੀ ਦੁਨੀਆ ਬਰਬਾਦ ਹੋ ਜਾਵੇਗੀ। ਮੇਰੀ ਸ਼ਕਲ ਵੇਖਦਿਆਂ ਉਸ ਦੇ ਸਾਰੇ ਸੁਪਨੇ ਖਿੰਡ ਜਾਣਗੇ, ਉਸ ਦੀਆਂ ਉਮੀਦਾਂ ਦਾ ਖੂਨ ਹੋ ਜਾਏਗਾ। ਮੈਂ ਇਸ ਨੂੰ ਪਿਆਰ ਕਰਦਾ ਹਾਂ, ਮੈਂ ਇੱਕ ਪੁਜਾਰੀ ਵਾਂਗ ਪਵਿੱਤਰ ਭਾਵਨਾ ਨਾਲ ਉਸ ਦੇਵੀ ਦੀ ਪੂਜਾ ਕਰਦਾ ਹਾਂ। ਉਸ ਦੀ ਭਵਿੱਖ ਨੂੰ ਨਸ਼ਟ ਕਰਦਿਆਂ ਇਹ ਮੇਥੋਂ ਨਹੀਂ ਹੋ ਸਕਦਾ। ਦੀਪਕ ਤੂੰ ਇਹ ਕੀ ਕਹਿ ਰਿਹਾ ਹੈ? ਮਹਿੰਦਰ ਨੇ ਇੱਕ ਵਾਰੀ ਦੀਪਕ ਵੱਲ ਤੇ ਇੱਕ ਵਾਰ ਕੰਧ ਨਾਲ ਲੱਗੀ ਉਸ ਸੁੰਦਰੀ ਦੀ ਤਸਵੀਰ ਵੱਲ ਤੱਕ ਕੇ ਕਿਹਾ। ਮਹਿੰਦਰ, ਦੀਪਕ ਨੇ ਸ਼ਾਇਦ ਦਿਲ ਦੀ ਤਰਾੜ ਨੂੰ ਰੋਕਦਿਆਂ ਹੋਇਆ ਕਿਹਾ, ਰੂਪ ਕੁਮਾਰੀ ਪਾਸ ਜਾ ਕੇ ਤੈਨੂੰ ਮੇਰਾ ਪਾਠ ਅਦਾ ਕਰਨਾ ਪਵੇਗਾ। ਮੇਰੀਆਂ ਕਵਿਤਾਵਾਂ ਦੀਆਂ ਜਿੰਨੀਆਂ ਕਾਪੀਆਂ ਨੇ ਸਾਰੀਆਂ ਤੂੰ ਨਾਲ ਲੈ ਜਾਈਂ। ਇਹਨਾਂ ਦੀ ਮਦਦ ਨਾਲ ਤੂੰ ਆਪਣੇ ਆਪ ਨੂੰ ਦੀਪਕ ਜ਼ਾਹਰ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੇਗਾ। ਤੇ ਦੂਜੇ ਦਿਨ ਮਹਿੰਦਰ ਨੂੰ ਗੱਡੀ ਚੜਾਉਣ ਵੇਲੇ ਜਦ ਦੀਪਕ ਨੇ ਹੱਥ ਮਿਲਾਇਆ ਤਾਂ ਮਹਿੰਦਰ ਨੂੰ ਇਹ ਹੱਥ ਠੰਡੀ ਮੂਲੀ ਵਰਗਾ ਲੱਗਾ ਤੇ ਇਸ ਦੇ ਕਾਂਬੇ ਨੂੰ ਵੀ ਉਸਨੇ ਸਪਸ਼ਟ ਮਹਿਸੂਸ ਕੀਤਾ। 1.5 ਦੇ ਥਾਂ 2 ਮਹੀਨੇ ਪਹਾੜ ਤੇ ਕੱਟ ਕੇ ਜਦ ਮਹਿੰਦਰ ਵਾਪਸ ਮੁੜਿਆ ਤਾਂ ਦੀਪਕ ਵੱਲ ਤੱਕ ਕੇ ਉਹ ਹੈਰਾਨ ਰਹਿ ਗਿਆ। ਦੀਪਕ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਪਛਾਣਿਆ ਨਹੀਂ ਸੀ ਜਾਂਦਾ। ਦੂਜੇ ਦਿਨ ਜਦ ਮਹਿੰਦਰ ਦੀਪਕ ਦੀ ਕੋਠੜੀ ਵਿੱਚ ਗਿਆ ਤਾਂ ਦੀਪਕ ਸੁੱਤਾ ਹੋਇਆ ਸੀ। ਭੁੰਜੇ ਇੱਕ ਖੁੱਲੀ ਹੋਈ ਚਿੱਠੀ ਪਈ ਸੀ, ਕੋਲ ਹੀ ਇੱਕ ਲਿਫਾਫਾ ਵੀ। ਮਹਿੰਦਰ ਨੇ ਪੜ੍ਹਨੀ ਸ਼ੁਰੂ ਕੀਤੀ। ਦੀਪਕ ਜੀ, ਆਹ 2 ਮਹੀਨੇ 2 ਮਿੰਟਾਂ ਵਾਂਗ ਬੀਤ ਗਏ ਸਨ, ਪਰ ਜੁਦਾਈ ਦੇ ਇਹ ਕੁਝ ਘੰਟੇ ਸਦੀਆਂ ਲੰਮੇ ਹੋ ਗਏ ਹਨ। ਕੀ ਤੁਸੀਂ ਮੇਰੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਹੋ? ਇਹ ਬੀਤੇ 60 ਦਿਨ ਜਿਨ੍ਹਾਂ ਦਾ ਇੱਕ ਇੱਕ ਪਲ ਸਾਡੀਆਂ ਬਾਹਾਂ ਵਿੱਚ ਜਕੜਿਆ ਰਿਹਾ ਸੀ, ਇਸ ਦੀ ਯਾਦ ਮੇਰੇ ਹਿਰਦੇ ਵਿੱਚ ਤੂਫਾਨ ਪੈਦਾ ਕਰ ਰਹੀ ਹੈ। ਅੱਜ ਮੈਂ ਪਛਤਾਵੇ ਦੇ ਹੰਝੂਆਂ ਨਾਲ ਸੋਚਦੀ ਹਾਂ ਕਿ ਮੈਂ ਇਹ ਕੀ ਕੀਤਾ। ਤੁਸਾਂ ਮੇਰੇ ਆਦਰਸ਼ ਅਤੇ ਸੱਚੇ ਪ੍ਰੇਮ ਨੂੰ ਆਪਣੀਆਂ ਕਾਮਨਾਵਾਂ ਦਾ ਸ਼ਿਕਾਰ ਬਣਾ ਕੇ ਮੇਰੇ ਜੀਵਨ ਵਿੱਚ ਇੱਕ ਭਾਰੀ ਖਤਰੇ ਦਾ ਅਹਿਸਾਸ ਪੈਦਾ ਕਰ ਦਿੱਤਾ ਹੈ। ਮੈਂ ਬੜੇ ਸਹਿਜ ਭਰੇ ਦਿਲ ਨਾਲ ਸੋਚਦੀ ਹਾਂ ਇਸ ਦਾ ਆਖਰ ਕੀ ਸਿੱਟਾ ਹੋਵੇਗਾ। ਅੱਜ ਮੇਰੇ ਦਿਲ ਵਿੱਚ ਨਾ ਉਹ ਕਾਵਿ ਤਰੰਗਾਂ ਹਨ, ਨਾ ਤੁਹਾਡੀ ਉਹ ਪੂਜਨੀਕ ਪ੍ਰਤਿਮਾ। ਤੁਹਾਡਾ ਪਿਆਰ ਅੱਜ ਵੀ ਉਸੇ ਤਰ੍ਹਾਂ ਹਿਰਦੇ ਵਿੱਚ ਉਮੜ ਰਿਹਾ ਹੈ। ਪਰ ਚਿੱਠੀ ਬਹੁਤ ਲੰਮੀ ਸੀ, ਪਰ ਮਹਿੰਦਰ ਇਸ ਤੋਂ ਅੱਗੇ ਨਾ ਪੜ੍ਹ ਸਕਿਆ। ਉਸ ਦਾ ਸਰੀਰ ਮੁੜਕੇ ਨਾਲ ਗੜੋਚ ਹੋ ਗਿਆ। ਪਹਿਲਾਂ ਉਸ ਦੀ ਸਲਾਹ ਹੋਈ ਕਿ ਦੱਬੇ ਪੈਰੀ ਕਮਰੇ ਵਿੱਚੋਂ ਨਿਕਲ ਕੇ ਰਾਤ ਦੀ ਗੱਡੀ ਹੀ ਚੁੱਪ ਚਪੀਤਾ ਲਾਹੌਰ ਚਲਾ ਜਾਵਾਂ, ਪਰ ਅੰਦਰੋਂ ਆਤਮਾ ਨੇ ਲਾਹਣਤਾਂ ਦੀ ਬਛਾੜ ਪਾਈ। ਉਹ ਮਕਾਰ, ਉਹ ਵਿਸ਼ਵਾਸਘਾਤੀ, ਪ੍ਰਾਸ਼ਚਿਤ ਤੇ ਉਹ ਸੁੱਤੇ ਹੋਏ ਦੀਪਕ ਦੇ ਪੈਰਾਂ ਤੇ ਸਿਰ ਰੱਖ ਕੇ ਚਲਾਇਆ, ਦੀਪਕ ਮੈਨੂੰ ਮਾਫ਼ ਕਰ, ਮੈਂ ਤੇਰਾ ਚੋਰ ਹਾਂ, ਤੇਰੀ ਰੂਪ ਕੁਮਾਰੀ ਦਾ ਡਾਕੂ। ਪਰ ਦੀਪਕ ਨਾ ਹਿੱਲਿਆ ਤੇ ਨਾ ਬੋਲਿਆ। ਦੀਪਕ ਦੀ ਲਾਟ ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲਟ ਬਲਦੀ ਰਹੀ ਸੀ, ਵਿਸ਼ਵਾਸਘਾਤ ਦਾ ਇੱਕ ਨਿੱਕਾ ਜਿਹਾ ਬੁੱਲਾ ਨਾ ਸਹਾਰ ਸਕੀ ਤੇ ਬੁੱਝ ਗਈ। ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਉਸ ਦਾ ਹਾਰਟ ਫੇਲ ਹੋ ਗਿਆ। ਸੋ ਇਸ ਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਹੈ। ਫਿਰ ਮਿਲਾਂਗੇ ਆਪਾਂ ਇਸ ਤੋਂ ਅਗਲੀ ਵੀਡੀਓ ਨਾਲ। ਧੰਨਵਾਦ।